ਰਿਤੂ ਆਪਾਂ ਗੱਲ ਕੀਤੀ ਕਿ ਕੀ ਹੁੰਦਾ PCOS ਤੇ ਕੀ ਸਿੰਪਟਮਸ ਹੈਗੇ ਨੇ। ਹੁਣ ਜਦੋਂ ਕਿਸੇ ਨੂੰ ਪਤਾ ਲੱਗ ਜੇ ਕਿਸ ਤਰ੍ਹਾਂ ਡਾਇਗਨੋਸ ਕੀਤਾ ਜਾ ਸਕਦਾ? ਲਾਈਕ ਇੱਕ ਆਮ ਬੰਦਾ ਵੀ ਡਾਕਟਰ ਕੋਲ ਤਾਂ ਹੀ ਜਾਊਗਾ ਜੇ ਉਹਨੂੰ ਥੋੜਾ ਜਿਹਾ ਲੱਗੂਗਾ ਕਿ ਯੈਸ ਮੈਨੂੰ ਆਹ ਪ੍ਰੋਬਲਮ ਹੈਗੀ ਹੈ, ਹੋ ਸਕਦਾ ਮੈਨੂੰ PCOS ਹੋਵੇ। ਕਿਸ ਤਰ੍ਹਾਂ ਡਾਇਗਨੋਸ ਕਰਦੇ ਨੇ? ਆਪਣੇ ਫੈਮਿਲੀ ਮੈਂਬਰਸ ਇੱਦਾਂ ਦੇਖਦੇ ਆ, ਉਹਨਾਂ ਦੀ ਗਿੱਚੀ ਬਹੁਤ ਡਿਫਰੈਂਟ ਰੰਗ ਦੀ ਹੁੰਦੀ ਆ। ਉਹਨਾਂ ਦਾ ਜਿਹੜਾ ਆਪਦਾ ਰੰਗ ਹੁੰਦਾ ਸਾਫ਼ ਹੁੰਦਾ, ਪਰ ਜਿਹੜੀ ਗਿੱਚੀ ਹੁੰਦੀ ਆ ਇੱਦਾਂ ਲੱਗਦਾ ਹੁੰਦਾ ਵੀ ਮੈਲ ਜੰਮੀ ਹੋਈ ਆ। we call it acanthosis nigricans. That's one of the telltale signs ਜੇ ਕਿਸੇ ਨੂੰ ਇਨਸੂਲਿਨ ਰੈਜ਼ਿਸਟੈਂਸ ਹੈਗਾ ਵੀ ਉਹਨਾਂ ਦਾ ਸ਼ੂਗਰ ਲੈਵਲ ਬੈਲੈਂਸ 'ਚ ਨਹੀਂ ਰਹਿੰਦਾ, ਉਹਨਾਂ ਦੀ ਪੈਨਕ੍ਰੀਅਸ ਇਨਫ ਇਨਸੂਲਿਨ ਨਹੀਂ ਬਣਾਉਂਦੀ। ਜਦੋਂ ਉਹ ਸ਼ੂਗਰ ਖਾਂਦੇ ਆ ਉਹਨਾਂ ਦੇ ਇੱਦਾਂ ਬਾਡੀ ਪਾਰਟਸ ਦੇ ਉੱਤੇ, ਪ੍ਰਾਈਵੇਟ ਪਾਰਟਸ ਉੱਤੇ, ਆਰਮਪਿਟਸ ਉੱਤੇ ਤੇ ਬੈਕ ਆਫ ਦਾ ਨੈਕ ਡਾਰਕ ਹੋ ਜਾਂਦੀ ਸਕਿਨ। ਜਿਹੜਾ PCOS ਹੈ ਇਹ ਅੱਜ ਕੱਲ੍ਹ ਤਾਂ ਇੱਕ ਬਹੁਤ ਕਾਮਨ ਪ੍ਰੋਬਲਮ ਬਣੀ ਹੋਈ ਹੈ ਰਿਤੂ। ਕੀ ਪਹਿਲਾਂ ਦੇ ਦਿਨਾਂ 'ਚ ਵੀ ਇਹ ਪ੍ਰੋਬਲਮ ਇੰਨੀ ਜ਼ਿਆਦਾ ਸੀ ਕਿ ਹੁਣ ਵਧੀ ਹੈ? ਤੇ ਇਹਦਾ ਕਾਰਨ ਕੀ ਹੈ? ਸਟ੍ਰੈਸ, ਲਾਈਫ ਸਟਾਈਲ ਜਾਂ ਸਾਡੀ ਡਾਇਟ? ਹਾਂਜੀ, ਸਾਰੀਆਂ ਗੱਲਾਂ ਹੋ ਗਈਆਂ PCOS ਦੀਆਂ। ਡਾਇਟ ਦੀ ਗੱਲ ਕੀਤੀ, ਲਾਈਫ ਸਟਾਈਲ ਦੀ, ਸਿੰਪਟਮਸ ਕੀ ਹੈਗੇ ਆ, ਟਰੀਟਮੈਂਟ ਕੀ ਹੈਗੇ ਆ। ਜਿਹੜਾ ਇਹਦੇ ਨਾਲ ਇੱਕ ਬੜਾ ਵੱਡਾ ਕੰਸਰਨ ਜੁੜਿਆ ਹੋਇਆ ਉਹ ਹੈਗਾ ਕਿ ਪ੍ਰੈਗਨੈਂਟ ਹੋਣ 'ਚ ਬਹੁਤ ਇਸ਼ੂਜ਼ ਆਉਂਦੇ ਨੇ। ਇਨਫਰਟੀਲਿਟੀ ਦੀ ਜਿਹੜੀ ਪ੍ਰੋਬਲਮ ਹੈ ਉਹ ਇਹਦੇ ਲਈ ਬਹੁਤ ਵੱਡੀ ਜੁੜੀ ਹੋਈ ਹੈ। ਕੀ ਕਨੈਕਸ਼ਨ ਹੈ ਦੋਨਾਂ ਦਾ ਤੇ ਕਿਸ ਤਰ੍ਹਾਂ ਇਹਨੂੰ ਸੋਲਵ ਕੀਤਾ ਜਾ ਸਕਦਾ? ਜਿਹੜਾ ਤੁਸੀਂ ਕਿਹਾ ਹੈਪੀ ਹਾਰਮੋਨ ਨਹੀਂ ਬਣਦਾ ਤੁਹਾਡੀ ਬਾਡੀ 'ਚ ਜੇ ਲੋ ਆਇਰਨ ਹੋਵੇ, ਕਿਉਂਕਿ ਉਹ ਦੇਖੇ ਆ ਜਿਨ੍ਹਾਂ ਦੇ ਵਿੱਚ ਬਹੁਤ ਘੱਟ ਆਇਰਨ ਹੁੰਦਾ, ਉਹ ਇਨਸਾਨ ਥੱਕੇ ਜੇ ਰਹਿੰਦੇ ਆ, ਬੜਾ ਇੱਦਾਂ ਫਟੀਕ ਜੀ ਮਹਿਸੂਸ ਕਰਦੇ ਆ। ਹੋਰ ਕਿਹੜੇ ਸਿੰਪਟਮਸ ਹੁੰਦੇ ਆ ਇੱਕ ਲੇਮੈਨ ਵਾਸਤੇ ਕਿ ਉਹਨੂੰ ਪਤਾ ਲੱਗ ਜੇ ਵੀ ਮੇਰੀ ਬਾਡੀ 'ਚ ਲੋ ਆਇਰਨ ਹੈ ਤੇ ਮੈਨੂੰ ਜਾ ਕੇ ਇਹਨੂੰ ਡਾਇਗਨੋਸ ਕਰਾਉਣਾ ਚਾਹੀਦਾ ਜਾਂ ਟਰੀਟਮੈਂਟ ਲੈਣਾ ਚਾਹੀਦਾ? ਰੈਡ FM ਸੁਣ ਰਹੇ ਜੀ ਤੁਸੀਂ। ਰੋਸ਼ਨੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜੈਸਮੀਨ ਦੇ ਨਾਲ। ਅੱਜ ਸਾਡੇ ਨਾਲ ਰਿਤੂ ਝੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। PCOS ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਰਿਤੂ, ਆਪਾਂ ਗੱਲ ਕੀਤੀ ਕਿ ਕੀ ਹੁੰਦਾ PCOS ਤੇ ਕੀ ਸਿੰਪਟਮਸ ਹੈਗੇ ਨੇ। ਹੁਣ ਜਦੋਂ ਕਿਸੇ ਨੂੰ ਪਤਾ ਲੱਗ ਜੇ ਕਿਸ ਤਰ੍ਹਾਂ ਡਾਇਗਨੋਸ ਕੀਤਾ ਜਾ ਸਕਦਾ? ਲਾਈਕ ਇੱਕ ਆਮ ਬੰਦਾ ਵੀ ਡਾਕਟਰ ਕੋਲ ਤਾਂ ਹੀ ਜਾਊਗਾ ਜੇ ਉਹਨੂੰ ਥੋੜਾ ਜਿਹਾ ਲੱਗੂਗਾ ਕਿ ਯੈਸ ਮੈਨੂੰ ਆਹ ਪ੍ਰੋਬਲਮ ਹੈਗੀ ਹੈ, ਹੋ ਸਕਦਾ ਮੈਨੂੰ PCOS ਹੋਵੇ। ਕਿਸ ਤਰ੍ਹਾਂ ਡਾਇਗਨੋਸ ਕਰਦੇ ਨੇ? ਸੋ ਪਹਿਲਾਂ ਆਪਾਂ ਹੈਲਥ ਹਿਸਟਰੀ ਦੇਖਦੇ ਹਾਂ। ਆਪਾਂ ਪੇਸ਼ੈਂਟਸ ਨੂੰ ਪੁੱਛਦੇ ਉਹਨਾਂ ਦੇ ਮੈਂਸਟਰਲ ਸਾਈਕਲ ਬਾਰੇ, ਡਾਇਟ, ਲਾਈਫ ਸਟਾਈਲ ਬਾਰੇ, ਵੇਟ ਬਾਰੇ, ਇਜ਼ ਇਟ ਸਟੇਬਲ ਜਾਂ ਵੇਟ ਗੇਨ ਹੋਈ ਜਾਂਦਾ, these sorts of things, ਹੈ ਨਾ। ਸੋ ਹੈਲਥ ਹਿਸਟਰੀ ਇਜ਼ ਰੀਲੀ ਇੰਪੋਰਟੈਂਟ। ਕਈ ਵਾਰੀ ਆਮ ਡਾਕਟਰਸ ਕੋਲੇ ਟਾਈਮ ਨਹੀਂ ਹੁੰਦਾ, 5 ਮਿੰਟ ਹੁੰਦੇ ਆ ਪੇਸ਼ੈਂਟ ਨਾਲ, ਸਮਟਾਈਮਸ ਦੇ ਡੋਂਟ ਆਸਕ ਅ ਹੈਲਥ ਹਿਸਟਰੀ, ਪਰ ਹੈਲਥ ਹਿਸਟਰੀ ਇਜ਼ ਵੈਰੀ ਇੰਪੋਰਟੈਂਟ। ਫਿਰ ਬਲੱਡ ਟੈਸਟ ਦੇ ਵਿੱਚ ਅਸੀਂ ਹਾਰਮੋਨਸ ਕਰ ਸਕਦੇ ਹਾਂ, ਫੀਮੇਲ ਹਾਰਮੋਨਸ ਐਸਟ੍ਰੋਜਨ ਐਂਡ ਪ੍ਰੋਜੈਸਟਰੋਨ, ਅਤੇ ਇੱਕ ਟੈਸਟੋਸਟਰੋਨ ਕਰਦੇ ਹਾਂ ਇਸ ਪੇਸ਼ੈਂਟਸ ਦੇ ਵਿੱਚ। ਜਿਨ੍ਹਾਂ ਦਾ ਟੈਸਟੋਸਟਰੋਨ ਐਲੀਵੇਟਡ ਹੁੰਦਾ ਉਹਦਾ ਮਤਲਬ ਵੀ ਉਹਦੇ ਕਾਰਨ ਕਰਕੇ ਉਹ ਐਗਸ ਰਿਲੀਜ਼ ਨਹੀਂ ਹੁੰਦੇ ਓਵਰੀ ਤੋਂ, ਅਤੇ ਤਾਂ ਕਰਕੇ ਪੀਰੀਅਡ ਅਬਨੋਰਮਲ ਆਉਂਦਾ, ਅਤੇ ਤਾਂ ਹੀ ਫਲੂਇਡ ਫਿਲ ਸੈਕਸ ਬਣਦੇ ਆ ਫਿਰ ਸਿਸ ਦੇ ਉੱਤੇ। ਸੋ ਬਲੱਡ ਟੈਸਟ ਹੁੰਦਾ। ਜਦੋਂ ਹਾਰਮੋਨਸ ਵੀ ਅਸੀਂ ਚੈੱਕ ਕਰਦੇ, ਨਾਲ ਅਸੀਂ ਚੈੱਕ ਕਰਦੇ ਇਨਸੂਲਿਨ ਰੈਜ਼ਿਸਟੈਂਸ ਦਾ ਬਲੱਡ ਟੈਸਟ, ਜਾਂ ਆਪਾਂ ਕਹਿ ਦਿੰਦੇ ਹਾਂ ਸ਼ੂਗਰ ਲੈਵਲਸ, ਹੈ ਨਾ। ਬਲੱਡ ਗਲੂਕੋਸ ਲੈਵਲ ਇਜ਼ ਰੀਲੀ ਇੰਪੋਰਟੈਂਟ ਇਨ ਦੀਸ ਪੇਸ਼ੈਂਟਸ, ਕਿਉਂਕਿ ਉਹਨਾਂ ਦੀ ਸ਼ੂਗਰ ਲੈਵਲ ਹਾਈ ਹੁੰਦੀ ਆ। ਉਹਦੇ ਨਾਲ ਅਸੀਂ ਅਲਟਰਾਸਾਊਂਡ ਕਰਦੇ ਆ, ਜਾਂ ਤਾਂ ਅਸੀਂ ਪੈਲਵਿਕ ਅਲਟਰਾਸਾਊਂਡ ਕਰਦੇ ਹਾਂ। ਪੈਲਵਿਕ ਅਲਟਰਾਸਾਊਂਡ ਵੀ ਚੈੱਕ ਆਫ ਦੀ ਐਬਡੋਮਨ, ਉਹਦੇ 'ਚ ਆਪਾਂ ਨੂੰ ਪਤਾ ਲੱਗ ਜਾਂਦਾ ਓਵਰੀ ਦਾ ਹੈਲਥ ਕੀ ਆ, ਓਵਰੀ ਦੇ ਉੱਤੇ ਸਿਸਟ ਦਿੰਦੇ ਆ। ਅਸੀਂ ਇੰਟਰਾਵੈਜਨਲ ਅਲਟਰਾਸਾਊਂਡ ਵੀ ਆਰਡਰ ਕਰ ਸਕਦੇ ਹਾਂ, ਜਿਹਦੇ ਨਾਲ ਸਾਨੂੰ ਯੂਟਰਸ ਦੀ ਵੀ ਹੈਲਥ ਪਤਾ ਲੱਗ ਜਾਂਦੀ ਆ। ਕਈ ਵਾਰੀ ਪੇਸ਼ੈਂਟਸ ਨੂੰ ਪ੍ਰੋਬਲਮ ਹੁੰਦੀ ਆ, ਹਾਰਮੋਨਲ ਇਸ਼ੂਜ਼ ਹੁੰਦੇ ਆ, ਪਰ ਇਟਸ ਨਾਟ PCOS, ਪਰ ਇਟਸ ਐਂਡੋਮੀਟਰੀਓਸਿਸ ਜਾਂ ਫਾਈਬਰੋਇਡਸ ਹੁੰਦੇ ਯੂਟਰਸ ਵਿੱਚ। ਫਿਰ ਸਾਨੂੰ ਪਤਾ ਲੱਗ ਜਾਂਦਾ ਪ੍ਰੋਬਲਮ ਕਿੱਥੇ ਆਉਂਦੀ ਹੈ। ਸਿਸਟ ਓਵਰੀ 'ਚ ਬਣੇ ਹੋਏ ਆ, ਜਾਂ ਫਾਈਬਰੋਇਡਸ ਯੂਟਰਸ ਵਿੱਚ ਬਣੇ ਹੋਏ, ਜਾਂ ਐਂਡੋਮੀਟਰੀਓਸਿਸ ਹੈਗਾ। ਸੋ ਦੀਜ਼ ਆਰ ਦ ਥਿੰਗਸ ਦੈਟ ਵੀ ਲੁੱਕ ਐਟ ਜਦੋਂ ਅਸੀਂ ਡਾਇਗਨੋਸਿਸ ਬਾਰੇ ਸੋਚਦੇ ਹਾਂ। ਹਾਂਜੀ, ਤੁਸੀਂ ਇੱਕ ਟਰਮ ਯੂਜ਼ ਕੀਤੀ ਸੀ ਰਿਤੂ, ਇਨਸੂਲਿਨ ਰੈਜ਼ਿਸਟੈਂਸ। ਇਹ ਕੀ ਚੀਜ਼ ਹੁੰਦੀ ਹੈ ਜੀ? ਇਨਸੂਲਿਨ ਰੈਜ਼ਿਸਟੈਂਸ ਹੁੰਦਾ ਦੀਦੀ, ਜਦੋਂ ਤੁਸੀਂ ਕੁਛ ਖਾਂਦੇ ਆ, ਤੁਹਾਡੀ ਬਾਡੀ ਇਨਫ ਇਨਸੂਲਿਨ ਨਹੀਂ ਹੁਣ ਆਪਾਂ ਜਦੋਂ ਸ਼ੂਗਰ ਖਾਂਦੇ ਆ, ਆਪਣੀ ਬਾਡੀ ਨੈਚੁਰਲੀ ਇਨਸੂਲਿਨ ਬਣਾਉਂਦੀ ਆ, ਜਿਹਦੇ ਨਾਲ ਆਪਣੇ ਸ਼ੂਗਰ ਲੈਵਲ ਮੈਟਾਬਲਾਈਜ਼ ਹੋ ਕੇ ਆਪਾਂ ਠੀਕ ਰਹਿੰਦੇ ਆ। ਹੁਣ ਜਿਹਨਾਂ ਨੂੰ ਡਾਇਬੀਟੀਜ਼ ਹੋ ਜਾਂਦੀ ਆ ਜਾਂ ਸ਼ੂਗਰ ਹਾਈ ਰਹਿੰਦੀ ਆ, ਉਹਨਾਂ ਦਾ ਉਹ ਇਨਸੂਲਿਨ ਠੀਕ ਨਹੀਂ ਬਣਦਾ, ਸੋ ਅਸੀਂ ਉਹਨੂੰ ਇਨਸੂਲਿਨ ਰੈਜ਼ਿਸਟੈਂਸ ਇੱਦਾਂ ਟਰਮ ਕਰ ਦਿੰਦੇ ਆ। ਜਿਹੜੇ ਇਨਸੂਲਿਨ ਰੈਜ਼ਿਸਟੈਂਟ ਵਾਲੇ ਪੇਸ਼ੈਂਟ ਹੁੰਦੇ ਆ ਦੀਦੀ, ਯੂ ਕੈਨ ਪ੍ਰੋਬਬਲੀ ਰੈਕਗਨਾਈਜ਼ ਦਮ। ਆਪਾਂ ਕਈ ਵਾਰੀ ਪੇਸ਼ੈਂਟ ਜਾਂ ਆਪਣੇ ਫੈਮਿਲੀ ਮੈਂਬਰਸ ਇੱਦਾਂ ਦੇਖਦੇ ਆ, ਉਹਨਾਂ ਦੀ ਗਿੱਚੀ ਬਹੁਤ ਡਿਫਰੈਂਟ ਰੰਗ ਦੀ ਹੁੰਦੀ ਆ। ਉਹਨਾਂ ਦਾ ਜਿਹੜਾ ਆਪਦਾ ਰੰਗ ਹੁੰਦਾ ਸਾਫ਼ ਹੁੰਦਾ, ਪਰ ਜਿਹੜੀ ਗਿੱਚੀ ਹੁੰਦੀ ਆ ਇੱਦਾਂ ਲੱਗਦਾ ਹੁੰਦਾ ਵੀ ਮੈਲ ਜੰਮੀ ਹੋਈ ਆ। we call it acanthosis nigricans. That's one of the telltale signs ਜੇ ਕਿਸੇ ਨੂੰ ਇਨਸੂਲਿਨ ਰੈਜ਼ਿਸਟੈਂਸ ਹੈਗਾ ਵੀ
ਉਹਨਾਂ ਦਾ ਸ਼ੂਗਰ ਲੈਵਲ ਬੈਲੈਂਸ 'ਚ ਨਹੀਂ ਰਹਿੰਦਾ, ਉਹਨਾਂ ਦੀ ਪੈਨਕ੍ਰੀਅਸ ਇਨਫ ਇਨਸੂਲਿਨ ਨਹੀਂ ਬਣਾਉਂਦੀ, ਜਦੋਂ ਉਹ ਸ਼ੂਗਰ ਖਾਂਦੇ ਆ ਉਹਨਾਂ ਦੇ ਇੱਦਾਂ ਬਾਡੀ ਪਾਰਟਸ ਦੇ ਉੱਤੇ, ਪ੍ਰਾਈਵੇਟ ਪਾਰਟਸ ਉੱਤੇ, ਆਰਮਪਿਟਸ ਉੱਤੇ ਤੇ ਬੈਕ ਆਫ ਦਾ ਨੈਕ ਡਾਰਕ ਹੋ ਜਾਂਦੀ ਸਕਿਨ। ਹਾਂਜੀ। ਤੇ ਜਿਹੜਾ PCOS ਹੈ ਇਹਦੇ ਨਾਲ ਹੇਅਰ ਗਰੋਥ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ? 100%। ਇਹਦੇ ਨਾਲ ਦੀਦੀ ਹੇਅਰ ਗਰੋਥ ਹੁੰਦੀ ਵੀ ਆ ਤੇ ਹੇਅਰ ਲਾਸ ਵੀ ਹੁੰਦਾ। ਹੁਣ ਹੇਅਰ ਗਰੋਥ ਤੁਸੀਂ ਇਮੈਜਿਨ ਕਰੋ, ਹੁਣ ਜੇ ਆਪਣੇ ਫੀਮੇਲਸ ਦੇ ਬਾਡੀ ਦੇ ਵਿੱਚ ਟੈਸਟੋਸਟਰੋਨ ਲੈਵਲ ਹਾਈ ਆਉਂਦਾ, ਆਪਣੇ ਦਾੜੀ ਵਾਲੀ ਜਗ੍ਹਾ ਤੇ ਵਾਲ ਆਉਣ ਲੱਗ ਜਾਂਦੇ, ਨੈਕ ਉੱਤੇ, ਚੈਸਟ, ਸਟਮਕ ਐਂਡ ਬੈਕ, because females are not supposed to have hair in those areas, ਹੈ ਨਾ। ਅੱਜ ਕੱਲ੍ਹ ਬਹੁਤ ਜ਼ਿਆਦਾ ਹੇਅਰ ਪ੍ਰੋਬਲਮ ਆਈ ਹੋਈ ਆ। ਸੋ ਹੇਅਰ ਗਰੋਥ ਵੀ ਹੁੰਦੀ ਆ, ਹੇਅਰ ਲਾਸ ਵੀ ਹੁੰਦਾ। ਹੁਣ male pattern baldness ਬੰਦਿਆਂ 'ਚ ਹੁੰਦਾ ਜਦੋਂ there's issues going on, because we mimic the male hormones in PCOS, we also get male pattern baldness, so hair lose ਵੀ ਹੁੰਦੇ ਆ ਬਹੁਤ ਸਿਰ ਤੋਂ। ਹਾਂਜੀ। ਤੇ ਜਿਹੜਾ PCOS ਹੈ ਇਹ ਅੱਜ ਕੱਲ੍ਹ ਤਾਂ ਇੱਕ ਬਹੁਤ ਕਾਮਨ ਪ੍ਰੋਬਲਮ ਬਣੀ ਹੋਈ ਹੈ ਰਿਤੂ। ਕੀ ਪਹਿਲਾਂ ਦੇ ਦਿਨਾਂ 'ਚ ਵੀ ਇਹ ਪ੍ਰੋਬਲਮ ਇੰਨੀ ਜ਼ਿਆਦਾ ਸੀ ਕਿ ਹੁਣ ਵਧੀ ਹੈ, ਤੇ ਇਹਦਾ ਕਾਰਨ ਕੀ ਹੈ? ਸਟ੍ਰੈਸ, ਲਾਈਫ ਸਟਾਈਲ ਜਾਂ ਸਾਡੀ ਡਾਇਟ? ਹਾਂਜੀ, ਆਈ ਥਿੰਕ ਆਲ ਆਫ ਦੀ ਅਬਵ। ਕਿਉਂਕਿ ਪਹਿਲਾਂ ਆਪਾਂ ਕਦੇ ਨਹੀਂ ਇੱਦਾਂ ਸੁਣੀਦਾ ਸੀਗਾ। ਈਵਨ ਆਵਰ ਪੈਰੈਂਟਸ ਜਨਰੇਸ਼ਨ ਵੈਰੀ ਰੇਅਰਲੀ ਡਿਡ ਮਦਰਸ ਹੈਵ ਇਸ਼ੂਜ਼ ਈਵਨ ਕਨਸੀਵਿੰਗ, ਹੈ ਨਾ। ਕਿਸੇ ਨੂੰ ਕਦੇ ਪੀਰੀਅਡ ਦੀ ਪ੍ਰੋਬਲਮ ਆਉਂਦੀ ਨਹੀਂ ਸੀਗੀ। ਸੋ ਇੱਦਾਂ ਹੈਗਾ। ਇੱਕ ਤਾਂ ਹੁਣ ਮੈਂ ਜਿਵੇਂ ਉਹ ਪੇਸ਼ੈਂਟ ਦੀ ਐਗਜ਼ਾਮਪਲ ਦਿੱਤੀ ਆ, she had really bad constipation, she had liver backup, ਹੈ ਨਾ। These are the causes for hers. ਉਹਦੇ liver detox ਕਰ ਨਹੀਂ ਪਾਉਂਦੀ on its own and it's backed up, ਜਿਹਦੇ ਨਾਲ ਉਹਦੇ ਹਾਰਮੋਨ ਵੀ ਨਹੀਂ ਮੈਟਾਬਲਾਈਜ਼ ਹੁੰਦੇ, ਕਿਉਂਕਿ ਜਦੋਂ ਆਪਣੇ ਬਾਡੀ 'ਚ ਹਾਰਮੋਨ ਰਿਲੀਜ਼ ਹੁੰਦੇ ਆ, first they have to go through the liver to get metabolized. ਜੇ ਤੁਹਾਡੀ liver ਹੀ ਨਹੀਂ ਠੀਕ ਕੰਮ ਕਰਦੀ, ਤੁਹਾਨੂੰ ਹਾਰਮੋਨਲ ਇਸ਼ੂਜ਼ ਹੋਣਗੇ। ਜੇ ਤੁਹਾਡਾ ਡਾਈਜੈਸਟਿਵ ਟਰੈਕਟ ਵੀ ਨਹੀਂ ਠੀਕ, you'll also have hormonal issues. ਇੱਕ ਡਾਇਟ 'ਤੇ ਬਹੁਤ ਜ਼ਿਆਦਾ ਇਫੈਕਟ ਆ। ਹੁਣ ਤੁਸੀਂ ਨੋਟ ਕਰ ਸਕਦੇ ਆਪਣੀ ਡਾਇਟ ਕੰਪੇਅਰ ਟੂ ਆਰ ਐਨਸੈਸਟਰਸ ਡਾਇਟ is garbage, ਹੈ ਨਾ। ਤੇ ਇੱਕ ਚਲ ਆਪਾਂ ਟਰਾਈ ਵੀ ਕਰਦੇ ਹਾਂ, ਆਪਾਂ ਹੈਲਥੀ ਖਾਂਦੇ ਹਾਂ, ਟਰਾਈ ਵੀ ਕਰਦੇ ਹਾਂ, ਪਰ ਜਿਹੜੀ ਫੂਡ ਕੁਆਲਿਟੀ ਇੱਥੇ ਨਾਰਥ ਅਮਰੀਕਾ ਵਿੱਚ ਹੈਗੀ ਆ ਉਹ ਇੰਨੀ ਵਧੀਆ ਨਹੀਂ, because there's a lot of sprays, pesticides, so many things in our food, colors, dyes, chemicals for taste, smell, ਸਾਰਾ ਕੁਛ। ਹੁਣ ਜਦੋਂ ਆਪਾਂ ਵੈਜੀਟੇਬਲਸ ਵੀ ਖਾਂਦੇ ਆ, ਜਿਹੜਾ ਸੋਇਲ ਆਪਣੇ ਵੈਜੀਟੇਬਲਸ ਜਿੱਥੇ ਗਰੋ ਹੁੰਦਾ, ਉਹ ਸੋਇਲ ਵਿੱਚ ਵੀ ਅੱਜ ਕੱਲ੍ਹ ਮਿਨਰਲਸ ਹੈ ਨਹੀਂ। ਸੋ ਉਹਦੇ ਕਾਰਨ ਨਾਲ ਵੀ ਆਪਣੇ ਇੱਦਾਂ ਪ੍ਰੋਬਲਮਸ ਆ ਸਕਦੀਆਂ ਬਾਡੀ ਦੇ ਵਿੱਚ, ਹੈ ਨਾ। ਡਾਕਟਰ ਰਿਤੂ, ਸਾਨੂੰ ਇਹ ਦੱਸੋ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਟਰੀਟਮੈਂਟ ਦੀ, ਹੈ ਨਾ, ਹੁਣ ਆਪ ਤੁਸੀਂ ਕਿਹਾ ਵੀ ਡਾਈਟ ਵੀ ਇਹਦਾ ਰੀਜ਼ਨ ਹੋ ਸਕਦੀ ਹੈ, ਲਾਈਫ ਸਟਾਈਲ ਵੀ ਸਾਡਾ ਚੇਂਜ ਹੋ ਗਿਆ, ਸਟ੍ਰੈਸ ਬੜਾ ਵੱਡਾ ਫੈਕਟਰ ਹੈ। ਸੋ ਟਰੀਟਮੈਂਟ ਕੀ ਹੈ ਫਿਰ? ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਿਵੇਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਲੈ ਕੇ ਚੱਲਣਾ ਪੈਣਾ? ਹਾਂਜੀ, ਓਕੇ। ਹੁਣ ਜਿਵੇਂ ਮੈਂ ਐਗਜ਼ਾਮਪਲ ਦਿੱਤਾ ਸੀ ਪਹਿਲੇ ਪੇਸ਼ੈਂਟ ਬਾਰੇ, ਹਰ ਲਿਵਰ ਵਾਜ਼ ਬਲੌਕਡ, ਹੈ ਨਾ, ਹਰ ਲਿਵਰ ਵਾਜ਼ ਬੈਕਡ ਅਪ। ਪਹਿਲੀ ਟਰੀਟਮੈਂਟ ਹੈਗੀ ਵੀ ਨੀਡ ਟੂ ਡੀਟੌਕਸ ਦ ਲਿਵਰ। ਹੁਣ ਜਦੋਂ ਆਪਣਾ ਲਿਵਰ ਇੱਦਾਂ ਬੈਕਅਪ ਹੁੰਦਾ ਤੇ ਹਾਰਮੋਨਸ ਨਹੀਂ ਮੈਟਾਬਲਾਈਜ਼ ਹੁੰਦੇ, ਆਪਣੀ ਲਿਵਰ ਇੱਕ ਐਂਟੀਆਕਸੀਡੈਂਟ ਬਣਾਉਣੋਂ ਹਟ ਜਾਂਦੀ ਆ। ਉਹਨੂੰ ਅਸੀਂ ਕਹਿੰਦੇ ਹਾਂ ਗਲੂਟਾਥਾਇਓਨ। ਸੋ ਜਿਨ੍ਹਾਂ ਦੇ ਵੀ ਕੋਈ ਵੀ ਪ੍ਰੋਬਲਮ ਲਿਵਰ 'ਚ ਆਈ ਹੁੰਦੀ, ਉਹਨਾਂ ਦਾ ਬਾਡੀ ਗਲੂਟਾਥਾਇਓਨ ਨਹੀਂ ਬਣਾਉਂਦਾ। ਜਦੋਂ ਗਲੂਟਾਥਾਇਓਨ ਨਹੀਂ ਬਣਾਉਂਦਾ ਲਿਵਰ, ਗਲੂਟਾਥਾਇਓਨ ਦਾ ਮੇਨ ਰੋਲ ਹੁੰਦਾ ਵੀ ਡੀਟੌਕਸ ਕਰੀਏ ਬਾਡੀ। ਲਿਵਰ 'ਚ ਜਿਹੜਾ ਗੰਦ ਹੁੰਦਾ ਜਾਂ ਬਾਡੀ 'ਚ ਗੰਦ ਹੁੰਦਾ, ਉਹ ਲਿਵਰ ਕੱਢ ਨਹੀਂ ਸਕਦੀ ਕਿਉਂਕਿ ਉਹ ਗਲੂਟਾਥਾਇਓਨ ਨਹੀਂ ਬਣਦਾ। ਸੋ ਪਹਿਲੀ ਗੱਲ ਹੈਗੀ ਆ, ਅਸੀਂ ਲਿਵਰ ਫਲੈਸ਼ ਆਊਟ ਕਰਦੇ, ਲਿਵਰ ਡੀਟੌਕਸ ਕਰਦੇ ਆ, ਉਹ ਅਸੀਂ ਗਲੂਟਾਥਾਇਓਨ ਆਈਵੀਜ਼ ਨਾਲ ਕਰਦੇ ਆ। ਸੈਕਿੰਡ ਹੈਗਾ ਡਾਇਟ। ਹੁਣ ਜਿਹੜੇ ਪੇਸ਼ੈਂਟਸ ਹੈਗੇ ਆ PCOS ਵਾਲੇ, they're overweight and they crave carbs. So ਉਹਨਾਂ ਨੂੰ ਹੁੰਦਾ ਵੀ ਅਸੀਂ ਬ੍ਰੈਡ ਖਾਈਏ, ਸ਼ੂਗਰੀ ਥਿੰਗਸ ਖਾਈਏ, ਕੈਂਡੀ ਖਾਈਏ, ਇੱਦਾਂ ਦੀਆਂ ਚੀਜ਼ਾਂ, ਸੋਡਾ ਪੀਏ, ਹੈ ਨਾ। ਹੁਣ ਪਹਿਲੀ ਗੱਲ ਹੈਗਾ, ਜਦੋਂ ਆਪਾਂ PCOS ਬਾਰੇ ਜਾਂ ਹਾਰਮੋਨਲ ਇਸ਼ੂਜ਼ ਬਾਰੇ ਸੋਚਦੇ ਹਾਂ, we want to avoid white foods. ਵਾਈਟ ਸ਼ੂਗਰ ਹੋ ਗਈ, ਵਾਈਟ ਆਟਾ ਹੋ ਗਿਆ, ਵਾਈਟ ਡੇਅਰੀ ਹੋ ਗਈ, ਤੇ ਵਾਈਟ ਆਪਾਂ ਕਹਿ ਸਕਦੇ ਅਲਕੋਹਲ ਹੋ ਗਈ। ਇੱਦਾਂ ਦੀਆਂ ਚੀਜ਼ਾਂ ਆਰ ਗੋਨਾ ਮੇਕ ਯੂਰ ਹਾਰਮੋਨਸ ਵਰਸ। ਸੋ ਇਫ ਯੂ ਹੈਵ PCOS ਤੇ ਆਲਰੇਡੀ ਸਿਸ ਹੈਗੀਆਂ ਤੁਹਾਡੇ ਓਵਰੀਜ਼ ਤੇ, ਜਿਹੜੇ ਆ ਵਾਈਟ ਫੂਡਸ ਆ, ਇਟਸ ਗੋਨਾ ਮੇਕ ਇਟ ਵਰਸ। ਜਿਹੜੀਆਂ ਚੀਜ਼ਾਂ ਤੁਹਾਨੂੰ ਲੋੜ ਹੈਗੀਆਂ ਜ਼ਿਆਦਾ, ਹੁਣ ਜਦੋਂ ਆਪਾਂ ਨੂੰ ਸ਼ੂਗਰ ਦੀ ਕ੍ਰੇਵਿੰਗ ਹੁੰਦੀ ਆ, ਉਹਦਾ ਮਤਲਬ ਆਪਣੇ ਬਾਡੀ 'ਚ ਇਨਫ ਪ੍ਰੋਟੀਨ ਨਹੀਂ ਜਾਂਦੀ, ਕਿਉਂਕਿ ਜ਼ਿਆਦਾ ਆਪਾਂ ਕਾਰਬੋਹਾਈਡਰੇਟ ਖਾਂਦੇ ਹਾਂ ਜਾਂ ਆਪਾਂ ਸ਼ੂਗਰ ਵਾਲੀਆਂ ਚੀਜ਼ਾਂ ਖਾਂਦੇ ਹਾਂ। ਸੋ ਇਟਸ ਇੰਪੋਰਟੈਂਟ ਟੂ ਫੋਕਸ ਔਨ ਮੋਰ ਪ੍ਰੋਟੀਨ। ਤੁਸੀਂ ਆਪਦੇ ਵੇਟ ਦੇ ਹਿਸਾਬ ਨਾਲ ਪ੍ਰੋਟੀਨ ਕੈਲਕੂਲੇਟ ਵੀ ਕਰ ਸਕਦੇ ਆ। ਇਫ ਯੂਰ ਸੇ 150 pounds, just multiply that by 0.36, it will give you the amount of protein in grams, ਹੈ ਨਾ। ਸੋ ਤੁਸੀਂ ਮੇਕ ਸ਼ੋਰ ਕਰਨਾ ਵੀ
ਪ੍ਰੋਟੀਨ ਤੇ ਫੋਕਸ ਕਰਨਾ, ਮਿਨੀਮਮ ਅਮਾਊਂਟ ਆਫ ਪ੍ਰੋਟੀਨ, ਤੇ ਬਾਕੀ ਚੀਜ਼ਾਂ ਆਪਾਂ ਵਾਈਟ ਫੂਡਸ ਘਟਾਉਣੇ ਆ। ਇੱਕ ਐਸੈਂਸ਼ੀਅਲ ਫੈਟੀ ਐਸਿਡ ਬਹੁਤ ਇੰਪੋਰਟੈਂਟ ਹੁੰਦੇ ਆ। ਹੁਣ a lot of patients ਜਾਂ families still cook with canola oil, mustard oil, vegetable oil. ਇਹਨਾਂ ਨਾਲ ਬਹੁਤ ਇਨਫਲੇਮੇਸ਼ਨ ਸ਼ੁਰੂ ਹੁੰਦੀ ਹੈ, ਤੇ ਜਿਨ੍ਹਾਂ ਨੂੰ ਆਲਰੇਡੀ ਓਵਰੀਜ਼ ਤੇ ਸਿਸ ਬਣੀਆਂ ਹੁੰਦੀਆਂ, ਜਦੋਂ ਤੇਲਸ ਉਹਦੇ 'ਚ ਕੁਕਿੰਗ ਕਰਦੇ ਆ, the ovaries cysts start to grow. ਕਿਹੜਾ ਤੇਲ ਵਧੀਆ? Okay, ਸਾਰਿਆਂ ਤੋਂ best, I know some patients agree, some don't, but desi ਘਿਓ is the best. Desi ਘਿਓ is the best. Regular butter is good. Coconut oil is good. I know there's a huge, avocado oil is big nowadays, but it's still a very new oil. ਆਪਾਂ ਨੂੰ ਉਹਦੇ ਬਾਰੇ ਹਜੇ ਇੰਨਾ ਜ਼ਿਆਦਾ ਪਤਾ ਨਹੀਂ, but I would just cook with desi ਘਿਓ. That's my favorite, ਹਨਾ? ਅੱਜ ਕੱਲ੍ਹ ਜਿਵੇਂ ਤੁਸੀਂ ਐਵੋਕੈਡੋ ਆਇਲ ਦੀ ਗੱਲ ਕੀਤੀ, ਗ੍ਰੇਪ ਸੀਡ ਆਇਲ ਦੀ ਵੀ ਬੜੀ ਗੱਲ ਕੀਤੀ ਜਾਂਦੀ ਹੈ। ਸੋ ਜਿਵੇਂ ਗ੍ਰੇਪ ਸੀਡ ਆਇਲ ਆ ਦੀਦੀ, ਉਹ ਵੀ ਸੀਡ ਆਇਲ ਆ। We want to avoid all seed oils. Corn seed, mustard seed, grape seed. ਇਹਨਾਂ ਨਾਲ ਆਪਣੀ ਬੋਡੀ 'ਚ ਜਾ ਕੇ ਇਨਫਲੇਮੇਸ਼ਨ ਵੱਧਦਾ। ਸੋ ਕੋਈ ਵੀ ਸੀਡ ਤੋਂ ਬਣਿਆ ਹੋਇਆ ਆਇਲ। ਸੋ ਵੀ ਵਾਂਟ ਟੂ ਸਟਿਕ ਵਿਦ more natural things. ਹਾਂਜੀ। ਅੱਛਾ, ਟ੍ਰੀਟਮੈਂਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਹਾਂਜੀ, ਸੋ ਟ੍ਰੀਟਮੈਂਟ ਜਿਹੜੇ ਮੈਡੀਕਲੀ ਟ੍ਰੀਟਮੈਂਟ ਉਹ ਕਿੱਦਾਂ ਦੇ ਅਵੇਲੇਬਲ ਹੈਗੇ? ਓਕੇ, ਸੋ ਇੱਕ ਤਾਂ ਮੈਂ ਆਪਾਂ ਗੱਲ ਕੀਤੀ ਸੀ ਓਰਲ ਕੰਟਰਾਸੈਪਟਿਵ ਪਿਲਸ, ਜਿਹੜਾ ਬਰਥ ਕੰਟਰੋਲ ਸੀਗਾ, ਹਨਾ? ਉਹਨੇ ਸਿਰਫ ਤੁਹਾਡੇ ਸਿੰਪਟਮ ਠੀਕ ਕਰਨੇ ਆ, ਪਰ ਉਹਨੇ ਕਾਜ਼ ਜਾਂ ਪ੍ਰੋਬਲਮ ਨਹੀਂ ਠੀਕ ਕਰਨੀ। ਤੁਹਾਨੂੰ ਗਾਂ ਜੇ ਸਿੰਪਟਮ ਵੀ ਠੀਕ ਕਰ ਦੇਣ ਥੋੜ੍ਹੀ ਚਿਰ ਵਾਸਤੇ, in a few years when you try to get pregnant there's going to be issues, ਹਨਾ? So I don't believe in giving patients birth control, but ਜਿਹੜੇ patients ਹੁੰਦੇ ਆ, ਇਹਨਾਂ ਦਾ estrogen level ਜ਼ਿਆਦਾ ਹਾਈ ਹੁੰਦਾ ਤੇ progesterone level ਜ਼ਿਆਦਾ low ਹੁੰਦਾ। ਜਦੋਂ ਆਪਾਂ liver ਇਹਨਾਂ ਦੀ clean ਕਰਦੇ ਆ, ਉਹ hormones ਕਈ ਵਾਰੀ ਆਪੇ normalize ਹੋ ਜਾਂਦੇ ਆ, ਵੀ ਇਹਨਾਂ ਨੂੰ hormones ਦੇਣੇ ਨਹੀਂ ਪੈਂਦੇ। by chance ਜੇ ਅਸੀਂ ਉਹਨਾਂ ਦਾ liver clean ਕੀਤਾ ਤੇ ਉਹਨਾਂ ਨੂੰ problem still ਆਉਂਦੀ ਆ hormones ਦੀ, ਉਹ balance ਨਹੀਂ ਹੋਏ, then we give a little bit of progesterone to help balance the ratio between estrogen and progesterone. ਇਹਦੇ ਨਾਲ ਦੀਦੀ, there's another drug called metformin. Metformin is a diabetes drug. It works really, really, really good in PCOS patients, and I agree with it. I know some patients ਕਹਿੰਦੇ, you're a naturopath, why do you prescribe metformin? ਮੈਟਫੋਰਮਿਨ ਨਾਲ ਕੀ ਹੁੰਦਾ, ਜਿਹੜੇ ਐਂਡਰੋਜਨਸ ਆਪਣੇ ਬੋਡੀ 'ਚ ਜ਼ਿਆਦਾ ਹੁੰਦੇ ਜਾਂ ਟੈਸਟੋਸਟਰੋਨ ਲੈਵਲਸ ਹੁੰਦੇ ਆ, ਐਂਡਰੋਜਨ ਲੋ ਹੋ ਜਾਂਦੇ ਆ, the body is able to release a follicle ਜਾਂ egg, and we're able to have a period with that. It also helps with sugar metabolism. That's really good, and it can also help with weight loss. ਜਿਹੜੀਆਂ ਸਾਰੀਆਂ problems PCOS patients ਨੂੰ ਹੁੰਦੀਆਂ. So metformin is a really, really, really good drug. Treatment ਨਾਲ we also want to talk about exercise at some point, है ना? क्योंकि exercise is so important for these patients. एक ਤਾਂ it will help with their stress levels, it will help with weight, it will just help normalize things. The more overweight we are, the more abnormal our hormones are going to be. Exercise is a must. I always hear from patients, ਸਾਡੇ ਕੋਲੇ time ਹੈ ਨਹੀਂ exercise ਵਾਸਤੇ. For these patients, ਮੈਂ always ਕਹਿੰਦੀ ਹਾਂ, ਤੁਸੀਂ pre-paid classes ਲੈ ਲਓ. Pay for your classes so you know you'll be accountable to go. ਜੇ ਤੁਸੀਂ ਪਹਿਲਾਂ pay ਕਰਦੇ ਆ, ਫਿਰ ਤੁਸੀਂ miss ਨਹੀਂ ਕਰਦੇ, ਵੀ ਆਪਣੇ money waste ਹੁੰਦੀ ਆ, ਹਨਾ? So 3 to 4 times a week ਤੁਸੀਂ ਕੋਈ classes ਲਵੋ. Start easy, ਭਾਵੇਂ yoga ਕਰੋ ਜਾਂ ਭਾਵੇਂ gym ਜਾਓ, ਕੋਈ ਵੀ class ਲਵੋ ਜਿਹਦੇ ਨਾਲ ਤੁਸੀਂ ਥੋੜੇ ਜਿਹੇ accountable ਰਹਿ ਸਕਦੇ ਆ. You have to motivate yourself. ਰਿਤੂ, ਡਾਈਟ ਦੀ ਗੱਲ ਹੋਈ, ਤੁਸੀਂ ਦੱਸਿਆ ਕਿਹੜੇ ਫੂਡ ਖਾਣੇ ਚਾਹੀਦੇ, ਕਿਹੜੇ ਅਵੋਇਡ ਕਰਨੇ ਚਾਹੀਦੇ। ਐਕਸਰਸਾਈਜ਼ ਦੀ ਵੀ ਤੁਸੀਂ ਟਿਪ ਦੱਸ ਦਿੱਤੀ ਕਿ ਪ੍ਰੀਪੇਡ ਕਲਾਸਿਸ ਲੈ ਲਓ। ਸਭ ਤੋਂ ਵੱਡਾ ਮੈਨੂੰ ਲੱਗਦਾ ਜਿਹੜਾ ਫੈਕਟਰ ਹੈਗਾ PCOS ਦਾ, ਉਹ ਸਟ੍ਰੈਸ ਹੈ। ਉਹਨੂੰ ਮੈਨੇਜ ਕਰਨ ਦਾ ਕੀ ਤਰੀਕਾ ਹੈ? ਹਾਂਜੀ, ਓਕੇ, ਜਦੋਂ ਤੁਸੀਂ ਐਕਸਰਸਾਈਜ਼ ਕਰੋਗੇ, that's also a stress release, ਹੈ ਨਾ? ਪਰ ਜੇ ਤੁਹਾਨੂੰ mentally, emotionally problem ਹੈਗੀ ਆ, there's so many things. You can seek counselors. So there's a lot of children these days, or patients in their early 20s who have gone through some trauma, either home trauma, at school, bullying, sexual harassment. There's counselors, there's mind-body healers. There's so many outlets where we can send kids to help clear their mind, है ना? So mentally, emotionally, if you struggle, meditation is great. Exercise is the best. Exercise ਨਾਲ oxygen ਵੱਧਦਾ, ਸਿਰ ਤੱਕ ਜਾਂਦਾ, brain gets it. ਆਪਣੇ mood ਵੀ ਬਹੁਤ ਠੀਕ ਹੁੰਦਾ। ਤੁਸੀਂ ਹਮੇਸ਼ਾ ਦੇਖ ਲਓ, if you're not motivated to exercise, but ਤੁਸੀਂ gym ਪਹੁੰਚ ਜਾਓ, and after your workout, you will feel so good, even if you didn't want to go. Mood-wise, you feel good. Sleep is also important, Didi, too, for these patients. Kyunki mentally, emotionally, je apni sleep nahi puri hundi, it's going to cause more stress, है ना? The stress hormone we have apni body de vich. PCOS patients, because their female hormones are so off, their thyroid and their stress hormones are always off, too. So we can work on that internally by flushing out the liver, and then if they need hormonal support, ਅਸੀਂ stress ਵਾਸਤੇ ਕੁਝ ਦੇ ਸਕਦੇ ਹਾਂ।
ਸਾਰੀਆਂ ਗੱਲਾਂ ਹੋ ਗਈਆਂ PCOS ਦੀਆਂ, ਡਾਈਟ ਦੀ ਗੱਲ ਕੀਤੀ, ਲਾਈਫ ਸਟਾਈਲ ਦੀ, ਸਿੰਪਟਮਸ ਕੀ ਹੈਗੇ ਆ, ਟਰੀਟਮੈਂਟ ਕੀ ਹੈਗਾ। ਜਿਹੜਾ ਇਹਦੇ ਨਾਲ ਇੱਕ ਬੜਾ ਵੱਡਾ ਕੰਸਰਨ ਜੁੜਿਆ ਹੋਇਆ ਉਹ ਹੈਗਾ ਕਿ ਪ੍ਰੈਗਨੈਂਟ ਹੋਣ 'ਚ ਬਹੁਤ ਇਸ਼ੂਜ਼ ਆਉਂਦੇ ਨੇ। ਇਨਫਰਟੀਲਿਟੀ ਦੀ ਜਿਹੜੀ ਪ੍ਰੋਬਲਮ ਹੈ ਉਹ ਇਹਦੇ ਲਈ ਬਹੁਤ ਵੱਡੀ ਜੁੜੀ ਹੋਈ ਹੈ। ਕੀ ਕਨੈਕਸ਼ਨ ਹੈ ਦੋਨਾਂ ਦਾ ਤੇ ਕਿਸ ਤਰ੍ਹਾਂ ਇਹਨੂੰ ਸੋਲਵ ਕੀਤਾ ਜਾ ਸਕਦਾ? ਹਾਂਜੀ, ਓਕੇ, ਸੋ ਜਦੋਂ ਮੈਂ ਕਿਹਾ ਸੀਗਾ ਵੀ ਜਦੋਂ ਜਿਹੜੇ PCOS ਪੇਸ਼ੈਂਟਸ ਹੁੰਦੇ ਆ, ਜ਼ਿਆਦਾ ਉਹਨਾਂ ਦੇ ਬਾਡੀ ਵਿੱਚ ਐਸਟ੍ਰੋਜਨ ਹੁੰਦਾ, ਪ੍ਰੋਜੈਸਟਰੋਨ ਇਨਫ ਨਹੀਂ ਹੁੰਦਾ। ਹੁਣ ਜਿਹੜਾ ਫਰਟੀਲਿਟੀ ਵਾਲਾ ਹਾਰਮੋਨ ਹੈਗਾ ਦੈਟਸ ਪ੍ਰੋਜੈਸਟਰੋਨ। ਓਕੇ, ਪ੍ਰੋਜੈਸਟਰੋਨ ਜੇ ਆਪਣੀ ਬਾਡੀ 'ਚ ਡਿਫੀਸ਼ੀਐਂਟ ਹੋਵੇ, ਇਨਫ ਨਾ ਹੋਵੇ, ਜਦੋਂ ਫੋਲੋਕਿਊਲ ਜਾਂ ਐਗ ਆਪਣਾ ਫਰਟੀਲਾਈਜ਼ ਹੁੰਦਾ, ਯੂਟਰਸ ਵਿੱਚ ਉਹ ਲਾਈਨਿੰਗ ਨਹੀਂ ਆਪਣੀ ਬਣਦੀ ਜਿਹਦੇ ਨਾਲ ਉਹ ਅਟੈਚ ਹੋ ਜਾਵੇ। ਸੋ ਉਹ ਫਰਟੀਲਾਈਜ਼ ਐਗ ਸਲਿਪ ਹੋ ਕੇ ਬਾਹਰ ਨਿਕਲ ਆਉਂਦਾ। ਹੁਣ ਪ੍ਰੋਜੈਸਟਰੋਨ ਨਾਲ ਕੀ ਹੁੰਦਾ, ਲਾਈਨਿੰਗ ਬਣਦੀ ਹੈ ਯੂਟਰਸ ਦੀ ਅਤੇ ਉਹਦੇ ਨਾਲ ਐਗ ਅਟੈਚ ਹੁੰਦਾ। ਫਰਸਟ ਟ੍ਰਾਈਮੈਸਟਰ ਵਿੱਚ ਪ੍ਰੋਜੈਸਟਰੋਨ ਹੈਲਪਸ ਦ ਫੀਟਸ ਗਰੋ ਬਿਕਾਜ਼ ਇਟ ਸਪੋਰਟਸ ਦੀ ਇੰਪਲਾਂਟੇਸ਼ਨ ਹੈ ਨਾ ਆਫ ਦ ਫੀਟਸ। ਹੁਣ ਇੱਦਾਂ ਹੈਗਾ, ਜੇ ਪ੍ਰੋਜੈਸਟਰੋਨ ਤੁਹਾਡਾ ਲੋ ਆ ਇਨ ਦ ਫਰਸਟ ਟ੍ਰਾਈਮੈਸਟਰ, ਫਰਸਟ ਆਫ ਆਲ ਯੂ ਮਾਈਟ ਨਾਟ ਬੀ ਏਬਲ ਟੂ ਗੈਟ ਪ੍ਰੈਗਨੈਂਟ। ਅਤੇ ਫਰਸਟ ਟ੍ਰਾਈਮੈਸਟਰ ਦੇ ਵਿੱਚ ਤੁਹਾਡੇ ਈਜ਼ਲੀ ਮਿਸਕੈਰੇਜ ਹੋ ਸਕਦਾ। ਹੁਣ ਕਈ ਪੇਸ਼ੈਂਟਸ ਪ੍ਰੈਗਨੈਂਟ ਹੋ ਜਾਂਦੇ ਆ ਪਰ ਮਿਸਕੈਰੇਜ ਹੋਈ ਜਾਂਦੇ ਆ, ਹੈ ਨਾ। ਸੋ ਉਹ ਵੀ ਇਸ਼ੂ ਹੋ ਸਕਦਾ ਜਾਂ ਕੰਸੈਪਸ਼ਨ ਹੁੰਦੀ ਹੋਈ ਨਹੀਂ। ਸੋ ਪ੍ਰੋਜੈਸਟਰੋਨ ਵੀ ਇੱਦਾਂ ਹੋ ਸਕਦਾ। PCOS ਪੇਸ਼ੈਂਟਸ ਦਾ ਮੈਂ ਨੋਟ ਕਰਦੀ ਹਾਂ ਜਦੋਂ ਉਹਨਾਂ ਦੇ ਫੀਮੇਲ ਹਾਰਮੋਨਸ ਵੀ ਆਫ ਹੁੰਦੇ, ਉਹਨਾਂ ਦਾ ਥਾਇਰੋਇਡ ਹਾਰਮੋਨ ਵੀ ਬਹੁਤ ਆਫ ਹੁੰਦਾ। ਅੱਛਾ। ਹੁਣ regularly, TSH is a thyroid hormone that our family doctors check. ਜੇ ਉਹ normal range ਵਿੱਚ ਹੁੰਦਾ, they don't check anything further. But ਜੇ ਉਹ TSH ਤੁਹਾਡਾ more than 2 ਹੁੰਦਾ, there's something going on with your thyroid. You need further testing and you need treatment. ਜੇ if you have infertility issues, the thyroid ਤੁਹਾਡਾ 2 to above 2 ਹੈਗਾ, the TSH, you need to be on thyroid medication likely. ਇਹਦੇ ਕਾਰਨ ਕਰਕੇ ਵੀ miscarriage ਵੀ ਹੁੰਦਾ and patients can't conceive. The third one is iron deficiency. Iron deficiency is big. Iron deficiency kadle females ਵਿੱਚ ਨਹੀਂ ਵੱਡੀ, big in children, men now, and also female, ਹੈ ਨਾ। ਜਦੋਂ ਆਪਣੇ ਬਾਡੀ ਦੇ ਵਿੱਚ enough iron ਨਹੀਂ ਹੁੰਦੀ, ਤੁਸੀਂ imagine ਕਰੋ there's not enough oxygen getting to our cells. Now, a baby needs iron to develop. ਜੇ ਤੁਹਾਡੀ ਆਪਦੀ ਬਾਡੀ ਦੇ ਵਿੱਚ ਇੰਨਾ ਜ਼ਿਆਦਾ ਲੋ ਆਇਰਨ ਹੈਗਾ, ਆਪਦੀ ਬਾਡੀ ਹੋਈ ਨਹੀਂ ਤੁਸੀਂ ਸਪੋਰਟ ਕਰ ਸਕਦੇ, ਤੁਸੀਂ ਗਾਂ ਬੇਬੀ ਨੂੰ ਕਿਵੇਂ ਸਪੋਰਟ ਕਰੋਗੇ? ਸੋ ਦੈਨ ਅਗੇਨ ਯੂ ਕੈਨਟ ਕਨਸੀਵ ਔਰ ਯੂ ਮਿਸਕੈਰੀ। ਹੁਣ ਜਦੋਂ ਆਪਾਂ ਆਇਰਨ ਲੈਵਲ ਚੈੱਕ ਕਰਦੇ ਹਾਂ, there's hemoglobin and there's ferritin. ਜਿਹੜਾ ਹੀਮੋਗਲੋਬਿਨ ਆ, ਇਟਸ ਅ ਫ੍ਰੀ ਸਰਕੂਲੇਟਿੰਗ ਆਇਰਨ ਇਨ ਆਰ ਬਲੱਡ। ਜਿਹੜਾ ਫੈਰਟਿਨ ਹੈਗਾ ਦੈਟਸ ਦ ਸਟੋਰਡ ਆਇਰਨ। ਜਿਹੜਾ ਆਪਣਾ ਫੈਰਟਿਨ ਲੈਵਲ ਆ, ਜਿਹਨੂੰ ਆਪਾਂ ਬਲੱਡ ਟੈਸਟ ਕਰਾਉਂਦੇ ਆ, ਡਾਕਟਰਸ ਕਹਿੰਦੇ ਆ ਐਨੀਵੇਅਰ ਫਰਮ 15 to 249 ਇਜ਼ ਨੋਰਮਲ। ਦੈਟਸ ਅ ਹਿਊਜ ਰੇਂਜ। ਕਈ ਵਾਰੀ 15 ਹੁੰਦਾ ਤੇ ਕਹਿ ਦਿੰਦੇ ਫੈਮਿਲੀ ਡਾਕਟਰ ਤੁਹਾਡੀ ਆਇਰਨ ਠੀਕ ਆ, ਗੋਲੀਆਂ ਖਾਈ ਜਾਓ। ਅੱਛਾ। ਬਟ ਇਨ order to conceive, especially for PCOS patients, that number needs to be above 75. ਹੁਣ ਜੇ ਤੁਹਾਡਾ number 15 ਹੈਗਾ and you're taking oral capsules to try to get your iron to come up, it's going to take years. You need infusions. ਆਪਣੇ ਜਿਹੜੇ family doctors are, even they can refer you to Jim Pattison and get iron IVs at the hospital, or you can do them privately. ਜਿੰਨੀ ਦੇਰ ਤੱਕ ਤੁਹਾਡਾ iron level 75 ਤੱਕ ਨਹੀਂ ਪਹੁੰਚਦਾ, ਉਨੀ ਦੇਰ ਤੁਸੀਂ ਸੋਚ ਸਕਦੇ PCOS patients that you won't conceive. That's very, very, very important. ਇੱਕ ਇੱਦਾਂ ਹੈਗਾ, it gives oxygen to all our cells. ਹੁਣ ਆਪਾਂ ਗੱਲ ਕੀਤੀ ਸੀ ਸਟ੍ਰੈਸ ਬਾਰੇ। ਸਟ੍ਰੈਸ ਬਹੁਤ ਹੁੰਦੀ ਆ। ਜਦੋਂ ਆਪਣੀ ਆਇਰਨ ਲੋ ਹੁੰਦੀ ਬਾਡੀ ਦੇ ਵਿੱਚ, ਆਪਣੇ ਬਾਡੀ 'ਚ ਮੋਨੋਮੀਨਸ ਨਹੀਂ ਬਣਦੇ। ਮੋਨੋਮੀਨਸ ਆਰ ਆਰ ਹੈਪੀ ਹਾਰਮੋਨਸ। ਆਰ ਹੈਪੀ ਹਾਰਮੋਨਸ ਆਰ ਸੈਰੋਟੋਨਿਨ ਤੇ ਡੋਪਾਮੀਨ। ਜਦੋਂ ਆਪਣੇ ਬਾਡੀ 'ਚ ਇਨਫ ਆਇਰਨ ਨਹੀਂ ਹੁੰਦੀ, ਉਹ ਹੈਪੀ ਹਾਰਮੋਨਸ ਨਹੀਂ ਬਣਦੇ, ਉਹਦੇ ਨਾਲ ਆਪਣੇ ਮੂਡ ਨੂੰ ਬਹੁਤ ਇਸ਼ੂਜ਼ ਆਉਂਦੇ ਆ। ਇੱਕ ਆਪਾਂ ਖੁਸ਼ ਨਹੀਂ ਰਹਿੰਦੇ, ਇੱਕ ਆਪਾਂ ਨੂੰ ਸਟ੍ਰੈਸ ਜ਼ਿਆਦਾ ਰਹਿੰਦੀ, ਆਪਾਂ ਸਟ੍ਰੈਸਫੁਲ ਸਿਚੁਏਸ਼ਨ ਬਰਦਾਸ਼ਤ ਨਹੀਂ ਕਰ ਸਕਦੇ। PCOS patients already have a lot of stress in their body internally ਕਿਉਂਕਿ they have so many symptoms, side effects, period ਨਹੀਂ ਚੰਗੀ ਤਰ੍ਹਾਂ ਆਉਂਦਾ, weight gain, hair growth, hair loss, ਹੈ ਨਾ। That stress can cause even more issues. ਇਹ ਤਾਂ ਤੁਸੀਂ ਜਿਹੜੀ ਲੋ ਆਇਰਨ ਦੀ ਗੱਲ ਕੀਤੀ ਹੈ ਨਾ, ਵਾਕਈ ਇਹ ਮੈਂ ਵੀ ਬੜੀ ਵਾਰੀ ਨੋਟ ਕੀਤਾ ਵੀ ਜਿਹੜਾ ਤੁਸੀਂ ਕਿਹਾ ਹੈਪੀ ਹਾਰਮੋਨ ਨਹੀਂ ਬਣਦਾ ਤੁਹਾਡੀ ਬਾਡੀ 'ਚ ਜੇ ਲੋ ਆਇਰਨ ਹੋਵੇ। ਕਿਉਂਕਿ ਉਹ ਦੇਖੇ ਆ ਜਿਨ੍ਹਾਂ ਦੇ ਵਿੱਚ ਬਹੁਤ ਘੱਟ ਆਇਰਨ ਹੁੰਦਾ, ਉਹ ਇਨਸਾਨ ਥੱਕੇ ਜੇ ਰਹਿੰਦੇ ਆ, ਬੜਾ ਇੱਦਾਂ ਫਟੀਕ ਜੀ ਮਹਿਸੂਸ ਕਰਦੇ ਆ। ਹੋਰ ਕਿਹੜੇ ਸਿੰਪਟਮਸ ਹੁੰਦੇ ਆ ਇੱਕ ਲੇਮੈਨ ਵਾਸਤੇ ਕਿ ਉਹਨੂੰ ਪਤਾ ਲੱਗ ਜੇ ਵੀ ਮੇਰੀ ਬਾਡੀ 'ਚ ਲੋ ਆਇਰਨ ਹੈ ਤੇ ਮੈਨੂੰ ਜਾ ਕੇ ਇਹਨੂੰ ਡਾਇਗਨੋਸ ਕਰਾਉਣਾ ਚਾਹੀਦਾ ਜਾਂ ਟਰੀਟਮੈਂਟ ਲੈਣਾ ਚਾਹੀਦਾ? ਹਾਂਜੀ, ਇੱਕ ਤਾਂ ਜੇ ਤੁਹਾਡੇ ਹੈਵੀ ਬਲੀਡਿੰਗ ਹੁੰਦੀ ਆ, ਲਾਈਕਲੀ ਯੂ ਹੈਵ ਲੋ ਆਇਰਨ। There's no woman that bleeds every month that doesn't have iron
iron issues. Almost everybody has iron issues unless you eat a lot of red meat. The other is Didi, shortness of breath. Okay. ਆਪਾਂ ਪਾਰਕਿੰਗ ਲਾਟ ਤੋਂ ਇੱਥੇ ਤੁਰ ਕੇ ਆਉਂਦੇ ਆ ਹਨਾ ਪੌੜੀਆਂ ਚੜ੍ਹਦੇ ਆ ਇਟਸ ਨਾਰਮਲ ਪੌੜੀਆਂ ਬਟ ਇਫ ਵੀ ਆਰ ਈਜ਼ਲੀ ਆਊਟ ਆਫ ਬ੍ਰੈਥ ਉਹਦਾ ਮਤਲਬ ਵੀ ਆਪਣੇ ਸੈਲਸ ਤੱਕ ਆਕਸੀਜਨ ਨਹੀਂ ਪਹੁੰਚਦਾ ਵੀਰ ਟਰਾਈਂਗ ਹਾਰਡਰ ਟੂ ਕੈਚ ਆਰ ਬ੍ਰੈਥ ਵੀ ਆਕਸੀਜਨ ਜ਼ਿਆਦਾ ਹੋਵੇ ਇੱਕ ਡਿਜ਼ੀਨੈਸ ਬਹੁਤ ਹੁੰਦਾ ਪੇਸ਼ੈਂਟਸ ਕਹਿ ਦਿੰਦੇ ਅਸੀਂ ਚੇਅਰ ਤੋਂ ਖੜਦੇ ਆ ਇੱਕਦਮ ਚੱਕਰ ਆ ਜਾਂਦਾ ਜਾਂ ਅਸੀਂ ਕੁਛ ਚੱਕਦੇ ਆ ਥੱਲੇ ਫਲੋਰ ਤੋਂ ਉਦੋਂ ਚੱਕਰ ਆਉਂਦਾ ਜਾਂ ਅਸੀਂ ਬੈੱਡ ਤੋਂ ਉਤਰਦੇ ਆ ਉਦੋਂ ਹਾਂ ਲੋ ਐਨਰਜੀ ਆਪਾਂ ਭਾਵੇਂ 10 ਜਾਂ 12 ਘੰਟੇ ਸੋਈਏ ਸਵੇਰ ਨੂੰ ਜਦੋਂ ਆਪਾਂ ਉੱਠਣਾ ਇਫ ਵੀ ਹੈਵ ਲੋ ਆਇਰਨ ਵੀ ਵਿਲ ਆਲਵੇਜ਼ ਬੀ ਟਾਇਰਡ ਕਦੇ ਆਪਾਂ ਫਰੈਸ਼ ਨਹੀਂ ਫੀਲ ਕਰਦੇ ਇੱਕ ਟਾਇਰਡ ਦੇ ਨਾਲ ਜਾਂ ਲੋ ਐਨਰਜੀ ਦੇ ਨਾਲ ਵੀ ਫੀਲ ਵੀਕ ਵੀਕਨੈਸ ਬਹੁਤ ਹੁੰਦੀ ਹੈ ਜਦੋਂ ਆਪਣੇ ਬਾਡੀ 'ਚ ਲੋ ਆਇਰਨ ਹੁੰਦੀ ਆ ਤੇ ਦੀਦੀ ਆਪਾਂ ਅੱਜ PCOS ਬਾਰੇ ਗੱਲ ਕਰਦੇ ਆ but low iron contributes to so many conditions. Yes. Heart disease, high blood pressure, diabetes, high cholesterol, any mood issues, anxiety, depression, hormonal imbalances. ਸਾਰੀਆਂ ਚੀਜ਼ਾਂ ਨਾਲ ਆਪਾਂ ਨੂੰ we need good iron ਕਿਉਂਕਿ ਆਇਰਨ ਨਾਲ ਆਕਸੀਜਨ ਵੱਧਦਾ ਆਪਣੇ ਸੈਲਸ ਤੱਕ ਤੇ ਆਪਣੀ ਬਾਡੀ ਹੀਲ ਹੁੰਦੀ ਆ ਜਦੋਂ ਆਕਸੀਜਨ ਨਹੀਂ ਹੁੰਦਾ ਜਾਂ ਆਇਰਨ ਨਹੀਂ ਹੁੰਦੀ our body doesn't even have the ability to heal ਹਾਂਜੀ ਰਿਤੂ ਸਾਨੂੰ ਇਹ ਦੱਸੋ ਕੰਪਲਿਕੇਸ਼ਨ ਕੀ ਆ ਸਕਦੀਆਂ ਨੇ ਜੇ ਇਸ ਨੂੰ ਟ੍ਰੀਟ ਨਾ ਕੀਤਾ ਜਾਏ ਪ੍ਰੋਪਰਲੀ ਇਹਦੇ ਨਾਲ ਸਵੀਅਰ ਕੰਪਲਿਕੇਸ਼ਨਸ ਆ ਸਕਦੀ ਹੈ ਇੱਕ ਤਾਂ ਆਪਾਂ ਕਹਿੰਦੇ ਆ ਵੀ ਪੇਸ਼ੈਂਟਸ ਨੂੰ ਡਾਇਬੀਟੀਜ਼ ਹੋ ਸਕਦੀ ਹੈ ਹਨਾ weight gain ਜ਼ਿਆਦਾ ਹੁੰਦਾ weight loss ਨਹੀਂ ਹੁੰਦਾ diabetes is a big thing ਹੁਣ ਜਦੋਂ ਆਪਣੇ ਸ਼ੂਗਰ ਲੈਵਲਸ ਹੋਣ ਲੱਗ ਜਾਂਦੀ ਆ ਆਪਾਂ ਨੂੰ ਗਾਂ ਹਾਈ ਬਲੱਡ ਪ੍ਰੈਸ਼ਰ ਦੀ ਵੀ ਪ੍ਰੋਬਲਮ ਆ ਜਾਂਦੀ ਹੈ ਤੇ ਹਾਈ ਕੋਲੈਸਟਰੋਲ ਦੀ ਵੀ ਪ੍ਰੋਬਲਮ ਆਉਂਦੀ ਹੈ ਇਸੇ ਨੂੰ ਜਿਵੇਂ ਮੈਟਾਬੋਲਿਕ ਸਿੰਡਰਮ ਕਹਿ ਦਿੰਦੇ ਆ ਜਿਹੜੇ PCOS ਪੇਸ਼ੈਂਟਸ ਆ ਜਿਹਨਾਂ ਦੀ ਸ਼ੂਗਰ ਲੈਵਲ ਆਪਾਂ ਕੰਟਰੋਲ ਤੇ ਨਹੀਂ ਲੈ ਕੇ ਆਉਂਦੇ ਫਿਰ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਹਾਈ ਕੋਲੈਸਟਰੋਲ ਵੀ ਹੋ ਜਾਂਦਾ ਹੁਣ some PCOS patients are 24 years old they're too young to be on blood pressure ਵਾਲੀ ਵੀ ਦਵਾਈ ਹਾਈ ਕੋਲੈਸਟਰੋਲ ਵਾਲੀ ਵੀ ਦਵਾਈ ਤੇ ਡਾਇਬੈਟਿਕ ਵਾਲੀ ਵੀ ਦਵਾਈ ਹੈ ਨਾ ਮੈਟਫੋਰਮਿਨ ਤਾਂ ਇਸੀ ਪੇਸ਼ੈਂਟਸ ਨੂੰ ਪ੍ਰਸਕ੍ਰਾਈਬ ਕਰ ਦਿੰਦੇ ਆ ਵੀ ਥੋੜਾ ਜਿਹਾ ਉਹਨਾਂ ਦੇ ਜਿਹੜੇ ਹਾਰਮੋਨ ਰਿਵਰਸ ਹੋਣ ਲੱਗ ਜਾਣ ਜਿਵੇਂ ਮੈਂ ਕਿਹਾ ਸੀ ਟੈਸਟੋਸਟਰੋਨ ਲੈਵਲ ਜਾਂ ਐਂਡਰੋਜਨਸ ਲੈਵਲ ਲੋ ਹੋ ਜਾਂਦੇ ਮੈਟਫੋਰਮਿਨ ਨਾਲ it will also help their sugar levels it will also help them lose weight ਹਨਾ ਬਟ ਇੱਦਾਂ ਹੈਗਾ ਆਪਾਂ ਨੂੰ ਪ੍ਰੀਵੈਂਸ਼ਨ ਕਰਨੀ ਪੈਂਦੀ ਹੈ ਇਹ ਨਹੀਂ ਮੈਂ ਕਦੇ ਵੀ ਕਹਿੰਦੀ ਵੀ ਹਾਈ ਬਲੱਡ ਪ੍ਰੈਸ਼ਰ ਤੇ ਹਾਈ ਕੋਲੈਸਟਰੋਲ ਦੀ ਦਵਾਈ 24 ਸਾਲ ਦਾ ਕੋਈ ਬੱਚਾ ਲਵੇ ਬਿਕਾਜ਼ ਦੈਟਸ ਟੂ ਯੰਗ ਟੂ ਬੀ ਔਨ ਮੈਡੀਕੇਸ਼ਨ ਫॉर द ਰੈਸਟ ਆਫ ਯੂਰ ਲਾਈਫ ਐਕਚੁਅਲੀ ਰੀਸੈਂਟਲੀ ਮੇਰੇ ਪੇਸ਼ੈਂਟ ਸੀਗੇ in their early 20s ਉਹਨਾਂ ਦਾ ਕੋਲੈਸਟਰੋਲ ਲੈਵਲ ਹਾਈ ਆਇਆ ਫਰਸਟ ਟਾਈਮ ਤੇ ਡਾਕਟਰ ਕਹਿੰਦੇ ਹੁਣ ਤੂੰ ਨੈਕਸਟ 60 years ਦਵਾਈ ਖਾਣੀ ਆ ਤੇ ਮੈਂ ਕਿਹਾ no we don't need that we need to flush out your body ਹੈ ਨਾ ਹੁਣ ਉਹਦੇ ਨਾਲ diabetes high blood pressure high cholesterol ਦੇ ਨਾਲ ਹਾਰਟ problems ਹਾਰਟ ਅਟੈਕ ਤੇ ਸਟ੍ਰੋਕ ਦਾ ਰਿਸਕ ਬਹੁਤ ਜ਼ਿਆਦਾ ਹੁੰਦਾ these patients ਦੇ ਵਿੱਚ ਹੈ ਨਾ ਸੋ ਉਹ ਪ੍ਰੀਵੈਂਸ਼ਨ ਕਰਨ ਲਈ ਹੁਣ ਅੱਜ ਕੱਲ੍ਹ ਆਪਾਂ ਬਹੁਤ ਦੇਖਦੇ ਦੀਦੀ young patients are having heart attacks and dying ਹੈ ਨਾ if we don't treat these hormonal imbalances they can lead to heart disease long term ਹੈ ਨਾ ਇੱਕ ਆਪਾਂ uterine cancer is a big thing ਹੁਣ ਜੇ ਆਪਾਂ ਨੂੰ ਐਵਰੀ ਮੰਥ ਪੀਰੀਅਡ ਨਹੀਂ ਆਉਂਦਾ ਜਿਹੜੀ ਉਹ ਯੂਟਰਨ ਲਾਈਨਿੰਗ ਆ ਉਹ ਗਾਂ ਦੀ ਗਾਂ ਵਧੀ ਜਾਂਦੀ ਆ ਹੁਣ ਜਦੋਂ PCOS ਪੇਸ਼ੈਂਟਸ ਜੇ 6 to 8 months ਉਹਨਾਂ ਨੂੰ ਪੀਰੀਅਡ ਨਹੀਂ ਆਉਂਦਾ ਉਹ ਲਾਈਨਿੰਗ ਬਹੁਤ ਜ਼ਿਆਦਾ ਥਿਕ ਹੋ ਜਾਂਦੀ ਆ ਜਿਹਦੇ ਨਾਲ ਉਹਨਾਂ ਦੇ ਸੈਲਸ ਅਬਨੋਰਮਲ ਹੋ ਕੇ ਉੱਥੇ ਕੈਂਸਰ ਡਿਵੈਲਪ ਹੋ ਸਕਦਾ ਕਿਉਂਕਿ ਪੇਸ਼ੈਂਟਸ ਕਹਿੰਦੇ ਆ ਸਾਨੂੰ ਸੇ ਐਵਰੀ 3 months ਐਵਰੀ 4 months ਐਵਰੀ 6 months ਪੀਰੀਅਡ ਆਉਂਦਾ ਬਹੁਤ ਹੈਵੀ ਪੀਰੀਅਡ ਆਉਂਦਾ ਫਿਰ ਜੇ ਉਹ ਲਾਈਨਿੰਗ ਚੰਗੀ ਤਰ੍ਹਾਂ ਨਹੀਂ ਸ਼ੈਡ ਹੁੰਦੀ ਉਹਦੇ ਨਾਲ ਕੈਂਸਰ ਵੀ ਗਾਂ ਬਣ ਸਕਦਾ ਸੋ ਇਟਸ ਇੰਪੋਰਟੈਂਟ ਟੂ be able to bleed properly है ना number one thing is infertility PCOS patients will always have issues getting pregnant but it's very possible to get pregnant but they always have difficulty getting pregnant ਜੇ ਉਹਨਾਂ ਆਪਾਂ ਗੱਲਬਾਤ ਕਰ ਸਕਦੇ ਹਾਂ ਵੀ if women want to get pregnant or they're having trouble conceiving what they need to do ਪਹਿਲੀ ਗੱਲ they need to detox their body usually their liver ਹੈ ਨਾ fix their diet and lifestyle ਜਿਵੇਂ ਆਪਾਂ ਗੱਲ ਕੀਤੀ ਸੀ the dietary recommendations I made and start an exercise program regularly the other 3 things that we talked about is to balance out their estrogen and progesterone levels estrogen level ਉਹਨਾਂ ਦਾ high ਰਹਿੰਦਾ progesterone level low ਰਹਿੰਦਾ ਹੁਣ in clinic I usually give patients a progesterone cream so according to their cycle ਉਹ cream ਰਾਤ ਨੂੰ ਲਾ ਲੈਂਦੇ ਆ ਦੀਦੀ not only does that help with balancing out the hormones it helps with acne on the skin it helps with hair growth on the head ਤੇ ਉਹਦੇ ਨਾਲ ਨੀਂਦ ਵੀ ਬਹੁਤ ਜ਼ਿਆਦਾ ਵਧੀਆ ਆਉਂਦੀ ਜਿਨ੍ਹਾਂ ਦਾ ਪ੍ਰੋਜੈਸਟਰੋਨ ਲੈਵਲ ਜ਼ਿਆਦਾ ਲੋw ਆਉਂਦਾ they will always have sleep issues trouble falling asleep and staying asleep the PCOS patients have this usually ਜਦੋਂ ਅਸੀਂ ਉਹਨਾਂ ਨੂੰ ਪ੍ਰੋਜੈਸਟਰੋਨ ਦੇ ਦਿੰਦੇ ਉਹਨਾਂ ਦਾ ਸਲੀਪ ਸਾਈਕਲ ਵੀ ਨਾਰਮਲ ਹੋ ਜਾਂਦਾ ਜਦੋਂ they're sleeping enough
their body's healing and it's recovering and there's less stress in the body, है ना? So एक तो hormone balance कर ਦਿੰਦੇ ਆ, ਇੱਕ ਕਿਸੇ ਉਹਨਾਂ ਦਾ thyroid balance ਕਰ ਦਿੰਦੇ ਆ. Thyroid, we have to make sure we keep ਜਿਹੜਾ TSH level it's less than 2. If it's above 2, they definitely need treatment. And if they're getting treatment, it must remain below 2. So we have to fix the thyroid for infertility. And the third thing is iron level needs to be in good range. ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਵੀ ferritin level of 75 is a must for any PCOS patient trying to conceive. Generally, even ਜੇ ਤੁਹਾਨੂੰ fertility ਦੀ problem ਆਈ ਹੋਈ ਆ, you must get your iron levels up in order for your body to support the pregnancy. ਜੇ ਤੁਹਾਡੇ ਆਪਦੇ ਹੀ ਨਹੀਂ iron level up, oxygen ਨਹੀਂ body ਵਿੱਚ ਹੈਗਾ, there's no way ਤੁਸੀਂ baby ਨੂੰ support ਕਰ ਸਕੋਗੇ. ਹਾਂਜੀ. Yeah. Ritu, anything in closing? Anything in closing is treat your PCOS symptoms. You don't have to live miserably. You can have regular cycles, live like a regular person. If fertility the problem ਹੈਗੀ ਆ, don't give up. There's lots of ways you can get pregnant. We just have to clean up the inside of your body. Thank you, Ritu. Thank you so much for your time. ਤੇ ਮੈਨੂੰ ਲੱਗਦਾ ਹੈ ਇਹ ਜਿਹੜੀ ਪ੍ਰੋਬਲਮ ਸੀ, ਸਾਨੂੰ ਬਹੁਤ ਸਾਰੇ ਸਾਡੇ ਲਿਸਨਰਸ ਦੇ ਈਮੇਲਸ ਮੈਸੇजेस ਆਏ ਸੀ ਕਿ ਇਹਦੇ ਬਾਰੇ ਗੱਲ ਕੀਤੀ ਜਾਏ. ਉਹਨਾਂ ਦੀਆਂ ਬਹੁਤ ਸਾਰੇ ਮੈਨੂੰ ਲੱਗਦਾ ਹੈ ਕੁਐਸਚਨਸ ਨੇ ਜਿਹੜੇ ਉਹ ਜ਼ਰੂਰ ਹੱਲ ਹੋਏ ਹੋਣੇ, ਔਰ ਬਹੁਤ ਜਲਦ ਅਸੀਂ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਪਾਵਾਂਗੇ. ਜੇ ਕਿਸੇ ਦਾ ਕੋਈ ਸਵਾਲ ਹੈਗਾ ਜੀ, ਤੁਸੀਂ ਉੱਥੇ ਵੀ ਛੱਡ ਸਕਦੇ ਹੋ. ਅਸੀਂ ਰਿਤੂ ਹੋਰਾਂ ਤੱਕ ਤੁਹਾਡੇ ਸਵਾਲ ਪਹੁੰਚਦੇ ਵੀ ਕਰ ਦਿਆਂਗੇ. ਰਿਤੂ, ਬਹੁਤ ਸ਼ੁਕਰੀਆ ਤੁਹਾਡਾ. Thank you so much, Jasmeen.